हेलो एंड वेलकम ਤੁਸੀਂ देख रहे हो द स्टडी वीज़ा शो मैं हाँ ਤੁਹਾਡੀ ਹੋਸਟ ਸੁਖਬੀਰ ਕੇ ਰਾਵੀ ਤੇ ਮੇਰੇ ਨਾਲ ਨੇ RCICI ਮੈਂਬਰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਐਕਸਪਰਟ ਜਸਪ੍ਰੀਤ ਭਾਟੀਆ ਜੀ। ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू। ਜਸਪ੍ਰੀਤ ਜੀ ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਪੈਸ਼ਲੀ ਟੂ ਕੈਨੇਡਾ ਤੇ ਪੁਆਇੰਟ ਸਿਸਟਮ ਸਾਡੇ ਦਿਮਾਗ 'ਚ ਪਹਿਲਾ ਜਿਹੜਾ ਥਾਟ ਹੈ ਉਹ ਆਉਂਦਾ ਹੈ, ਲੇਕਿਨ ਬਹੁਤ ਸਾਰੇ ਲੋਕ ਕਨਫਿਊਜ਼ ਨੇ ਕਿ ਆਪਣੇ ਪੁਆਇੰਟਸ ਨੂੰ ਕੈਲਕੂਲੇਟ ਕਿਸ ਤਰ੍ਹਾਂ ਕੀਤਾ ਜਾਏ। ਕਈ ਵਾਰ ਉਹ ਆਨਲਾਈਨ ਜਿਹੜੇ ਪੋਰਟਲਸ ਨੇ ਉਹਦੇ ਥਰੂ ਆਪਣੇ ਪੁਆਇੰਟਸ ਕੈਲਕੂਲੇਟ ਕਰਦੇ ਨੇ, ਰਿਜ਼ਲਟ ਗਲਤ ਆਉਂਦਾ, ਉਹਨਾਂ ਨੂੰ ਲੱਗਦਾ ਉਹੀ ਸਹੀ ਹੈ, ਉਹ ਬੜੇ ਕਨਫਿਊਜ਼ ਰਹਿੰਦੇ ਨੇ। ਤੇ ਪੁਆਇੰਟ ਸਿਸਟਮ ਮੈਂ ਚਾਹੁੰਦੀ ਅੱਜ ਤੁਸੀਂ ਐਕਸਪਲੇਨ ਕਰੋ ਅਕੋਰਡਿੰਗ ਟੂ ਏਜ ਕਿਸ ਤਰ੍ਹਾਂ ਇਹ ਫੈਕਟ ਕਰਦਾ ਹੈ। ਡੈਫੀਨੇਟਲੀ ਅਗਰ ਅੱਜ ਆਪਾਂ ਗੱਲ ਕਰੀਏ ਕਿ ਪੀਆਰ ਦਾ ਸਭ ਤੋਂ ਫਾਸਟੈਸਟ ਪਾਥਵੇ ਕੀ ਹੈਗਾ ਅਪਲਾਈ ਕਰਨ ਦਾ ਫॉर ਐਨੀਬਡੀ ਹੂ ਇਜ਼ ਆਊਟਸਾਈਡ ਕੈਨੇਡਾ ਇਜ਼ ਕ੍ਰੀਏਟਿੰਗ ਯੋਰ ਪ੍ਰੋਫਾਈਲ ਔਨ ਐਕਸਪ੍ਰੈਸ ਐਂਟਰੀ ਪੋਰਟਲ। ਜਿਵੇਂ ਕਿ ਅਸੀਂ ਹੁਣੇ ਗੱਲ ਕਰ ਰਹੇ ਹਾਂ ਪੁਆਇੰਟ ਬੇਸ ਸਿਸਟਮ ਦੀ, ਲੋਕਾਂ ਨੂੰ ਇਹ ਪਤਾ ਹੈ ਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਕਰਨ ਲਈ ਸਾਨੂੰ ਕੁਝ ਪੁਆਇੰਟਸ ਚਾਹੀਦੇ ਹੁੰਦੇ ਹੈ। ਇਹ ਕਿਹੜੇ ਪੁਆਇੰਟਸ ਨੇ ਤੇ ਕਿੱਦਾਂ ਇਫੈਕਟ ਕਰਦੇ ਆ ਆਪਾਂ ਉਹਨਾਂ ਬਾਰੇ ਅੱਜ ਗੱਲ ਕਰਦੇ ਹਾਂ। this point system is called comprehensive ranking score। ਇਹਦੇ ਵਿੱਚ ਬਹੁਤ ਸਾਰੇ ਫੈਕਟਰਸ हैं ਜਿਹੜੇ ਤੁਹਾਡਾ ਸਕੋਰ ਬਿਲਡ ਅਪ ਕਰਦੇ हैं। ਫॉर एग्जांपल age being one of the crucial factors। secondly is your work experience। 1 to 3 years ਤੱਕ ਤੁਹਾਡਾ ਇੱਕ work experience ਹੈਗਾ, you get points based on your work experience। you are married and you're not married, ਉਹਦੇ ਬੇਸਿਸ ਦੇ ਉੱਤੇ ਵੀ ਤੁਹਾਡੇ ਪੁਆਇੰਟਸ ਕਾਫੀ ਮੈਟਰ ਕਰਦੇ ਨੇ। thirdly ਤੁਹਾਡਾ IELTS ਸਕੋਰ which is your English proficiency score, ਉਹ ਬਹੁਤ ਮੈਟਰ ਕਰਦਾ ਹੈ ਕਿ ਤੁਹਾਡਾ ਸਕੋਰ ਕਿੰਨਾ ਹੈ ਤੇ ਉਹਦੇ ਬੇਸਿਸ ਦੇ ਉੱਤੇ ਤੁਹਾਡਾ ਸਕੋਰ ਤੁਹਾਨੂੰ ਮਿਲਦਾ ਹੈ ਫॉर योर points ਮਿਲਦੇ हैं for your comprehensive ranking score। so these are all the points which build up your comprehensive ranking score। current ਆਪਣਾ ranking score ਜਿਹੜਾ ਚੱਲ ਰਿਹਾ ਹੈ, ਕੱਟ ਆਫ ਚੱਲ ਰਹੀ ਹੈ, ਉਹ 469 ਹੈਗੀ ਹੈ। ਅਗਰ ਤੁਹਾਡੇ ਕੋਲ ਫ੍ਰੈਂਚ ਹੈ, you have given an exam for French, ਤਾਂ ਤੁਹਾਡੇ ਡਾਇਰੈਕਟਲੀ 50 points ਵੀ ਵੱਧ ਸਕਦੇ ਆ। ਮੈਂ ਸਭ ਨੂੰ ਰეკਮੈਂਡ ਕਰਾਂਗੀ ਅਗਰ ਤੁਸੀਂ ਫ੍ਰੈਂਚ ਕਦੀ ਪਾਸ 'ਚ ਪੜ੍ਹੀ ਹੈ ਤਾਂ ਤੁਸੀਂ 6 ਮਹੀਨੇ ਹੋਰ ਅੱਗੇ ਪੜ੍ਹ ਕੇ ਆਪਣਾ ਫ੍ਰੈਂਚ ਦਾ ਐਗਜ਼ਾਮ ਦਿਓ, ਤੁਹਾਡਾ ਬੂਸਟ ਹੋ ਜਾਏਗਾ ਸਕੋਰ ਬਾਈ 50 points। ਸੋ ਇਹ ਜਿਹੜੇ ਸਾਰੇ ਮੇਜਰ ਫੈਕਟਰਸ ਹੈ ਇਹ ਲੀਡ ਕਰਦੇ ਆ ਤੁਹਾਡੇ ਕੰਪਰੀਹੈਂਸਿਵ ਸਕੋਰ ਨੂੰ, ਜੋ ਕਿ ਕਰੰਟਲੀ ਚੱਲ ਰਿਹਾ ਹੈ 469। ਤੁਸੀਂ ਮੈਨੂੰ ਕੁਐਸਚਨ ਪੁੱਛਿਆ ਕਿ ਏਜ ਦਾ ਫੈਕਟਰ ਕਿਵੇਂ ਇੰਪੈਕਟ ਕਰਦਾ ਹੈ ਵੈਨ ਇਟ ਕਮਸ ਟੂ ਕੰਪਰੀਹੈਂਸਿਵ ਸਕੋਰ ਕੈਲਕੂਲੇਸ਼ਨ। ਆਪਾਂ ਨੂੰ ਮੈਕਸਿਮਮ ਪੁਆਇੰਟਸ ਮਿਲਦੇ ਆ 110 ਵਿਦਆਊਟ ਸਪਾਊਸ। ਅਗਰ ਤੁਸੀਂ ਐਡ ਨਹੀਂ ਕਰ ਰਹੇ ਆਪਣੇ ਸਪਾਊਸ ਨੂੰ ਜਾਂ ਸਿੰਗਲ ਹੋ ਤਾਂ 110 ਪੁਆਇੰਟ ਮਿਲਦੇ ਆ ਅੰਟਿਲ ਦੀ ਏਜ ਆਫ 29। ਜਿਵੇਂ ਹੀ ਤੁਸੀਂ 30 ਟੱਚ ਕਰੋਗੇ ਉਹ ਤੁਹਾਡੇ 110 ਪੁਆਇੰਟ 105 ਹੋ ਜਾਣਗੇ। ਯੂ ਲੂਜ਼ 5 ਪੁਆਇੰਟਸ ਵਿਦ ਈਚ ਪਾਸਿੰਗ ਬਰਥਡੇ ਆਫ ਯੋਰਸ। ਤਾਂ ਤੁਸੀਂ 30 ਹੋਏ ਤਾਂ ਤੁਸੀਂ 110 ਤੋਂ 105 ਤੇ ਆ ਜਾਓਗੇ, ਤੁਸੀਂ 31 ਹੋਏ 105 ਤੋਂ 100 ਤੇ ਆ ਜਾਓਗੇ। ਤੇ ਇੱਦਾਂ ਹੀ ਤੁਹਾਡੇ ਅਗਰ ਤੁਸੀਂ ਸਪਾਊਸ ਦੇ ਨਾਲ ਹੋ ਤੁਹਾਨੂੰ ਮੈਕਸਿਮਮ ਪੁਆਇੰਟਸ ਅੰਟਿਲ 29 ਮਿਲਣਗੇ 100। ਉਸ ਤੋਂ ਬਾਅਦ ਤੁਸੀਂ ਅਗਰ ਸਪਾਊਸ ਦੇ ਨਾਲ ਹੋ ਉੱਦਾਂ ਹੀ ਤੁਹਾਡੇ 5 ਪੁਆਇੰਟਸ ਗਿਰਦੇ ਚਲੇ ਜਾਣਗੇ। ਸੋ ਯੂ ਲੂਜ਼ additional 5 points on each birthday of yours after 29। maximum age ਤੁਹਾਡੀ 46 ਤੱਕ ਤੁਹਾਡੇ points lose ਹੋਈ ਜਾਣਗੇ। after 46 there is no point that you apply for your PR under express entry profile। under 45 ਹੈਗੇ ਹੋ ਤਾਂ definitely you can try, but ਤੁਹਾਡੇ points ਬਹੁਤ ਜ਼ਿਆਦਾ ਗਿਰ ਜਾਣਗੇ। by the time you are 35 36 you will lose 25 or 30 points on your comprehensive ranking score। 110 point ਤੁਹਾਨੂੰ ਮਿਲਦੇ ਆ ਅਗਰ ਤੁਸੀਂ under 30 ਹੋ। ਤਾਂ ਇਸ ਕਰਕੇ ਜਿਹੜਾ ਏਜ ਹੈਗਾ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਫੈਕਟਰ ਆਈ ਵੁੱਡ ਸੇ ਇਹਦੇ 'ਚ ਪਲੇ ਕਰਦਾ ਹੈ ਵੈਨ ਵੀ ਆਰ ਕੈਲਕੂਲੇਟਿੰਗ ਦ ਸਕੋਰ। ਐਂਡ ਅਨਫੋਰਚੂਨੇਟਲੀ ਆਪਾਂ ਇਹਦੇ ਉੱਤੇ ਇੰਪਰੂਵ ਵੀ ਨਹੀਂ ਕਰ ਸਕਦੇ ਬਿਕੋਜ਼ ਤੁਸੀਂ ਵਿਦ ਯੋਰ ਈਚ ਪਾਸਿੰਗ ਬਰਥਡੇ ਤੁਸੀਂ 5 ਪੁਆਇੰਟਸ ਲੂਜ਼ ਕਰੀ ਜਾਓਗੇ। ਬਿਲਕੁਲ। ਤੇ ਤੁਸੀਂ ਦੱਸਿਆ ਕਿ ਬੂਸਟ ਅਗਰ ਤੁਸੀਂ ਆਪਣਾ CLB ਸਕੋਰ ਕਰਨਾ ਹੈ ਤੇ ਫ੍ਰੈਂਚ ਕੋਰਸ ਆਪਸ਼ਨਲ ਹੈ, ਕੁਝ ਹੋਰ ਵੀ ਆਪਸ਼ਨਸ ਨੇ ਜਿਹਦੇ ਕਰਕੇ ਅਸੀਂ ਆਪਣਾ ਸਕੋਰ ਬੂਸਟ ਅਪ ਕਰ ਸਕਦੇ ਹਾਂ। ਡੈਫੀਨੇਟਲੀ ਆਇਲਸ ਦਾ ਸਕੋਰ ਜਿਵੇਂ ਬਹੁਤ ਮੇਰੇ ਕੋਲ ਜਦੋਂ ਰਿਜ਼ਿਊਮੇਜ਼ ਆਉਂਦੇ ਆ ਮੈਂ ਦੇਖਦੀ ਹਾਂ ਕਿ 7 ਬੈਂਡ ਹੈ, ਕਿਸੇ 7.5 ਬੈਂਡ ਹੈ। ਮੈਂ ਤੁਹਾਨੂੰ ਗੋਲਡਨ ਸਕੋਰ ਮੋਸਟਲੀ ਸਭ ਨੂੰ ਪਤਾ ਹੀ ਹੈ, ਬਟ ਆਪਣੀ ਅਸੀਂ ਇਮੀਗ੍ਰੇਸ਼ਨ ਫੀਲਡ 'ਚ ਆਇਲ ਸਕੋਰ ਨੂੰ ਕਹਿੰਦੇ ਹਾਂ ਗੋਲਡਨ ਸਕੋਰ ਵਿਚ ਇਜ਼ 8777। ਮਤਲਬ ਕਿ ਲਿਸਨਿੰਗ 'ਚ ਤੁਹਾਡੇ 8 ਹੋਣੇ ਚਾਹੀਦੇ ਆ, ਬਾਕੀ ਸਾਰਿਆਂ ਦੇ ਵਿੱਚ ਤੁਹਾਡੇ 7 ਹੋਣੇ ਚਾਹੀਦੇ ਆ। ਬਹੁਤ ਸਾਰੇ ਕਲਾਇੰਟਸ ਹੁੰਦੇ ਆ ਜਿਨ੍ਹਾਂ ਦਾ 6.5 7 7.5 ਦੇ ਉੱਤੇ ਲਿਸਨਿੰਗ ਦੇ ਵਿੱਚ ਅਟਕ ਜਾਂਦਾ ਸਕੋਰ, ਉਹ ਤੁਹਾਨੂੰ ਤੁਹਾਡਾ ਸਕੋਰ ਫਿਰ ਲਿਮਿਟ ਹੋ ਜਾਂਦਾ ਹੈ। ਬਟ ਅਗਰ ਤੁਹਾਡੇ 8777 ਆਈ ਵਿਲ ਰਿਪੀਟ ਅਗੇਨ, ਲਿਸਨਿੰਗ 'ਚ 8 ਨੇ, ਬਾਕੀ ਸਾਰੇ ਮੋਡਿਊਲਸ ਦੇ ਵਿੱਚ 7 ਨੇ। ਤੁਸੀਂ ਆਇਲਸ ਜਨਰਲ ਲਿਖਣਾ ਹੈ, ਲਿਸਨਿੰਗ 'ਚ ਤੁਹਾਡੇ 8 ਹੋਣੇ ਚਾਹੀਦੇ ਆ, ਬਾਕੀਆਂ 7 ਹੈ ਤਾਂ ਤੁਹਾਡਾ ਸਕੋਰ ਵਿਲ ਬੀ ਬੂਸਟਡ ਬਾਈ 50 ਪੁਆਇੰਟਸ। ਤੇ ਇਸ ਕਰਕੇ ਅਸੀਂ ਹਾਈਲੀ ਸਭ ਨੂੰ ਰეკਮੈਂਡ ਕਰਦੇ ਹਾਂ ਕਿ ਆਪਣਾ ਆਇਲਸ ਬਾਰ-ਬਾਰ ਦਿਓ ਤੇ ਦਿਲ ਲਗਾ ਕੇ ਉਹਦੇ ਲਈ ਪੜ੍ਹਾਈ ਕਰੋ ਬਿਕੋਜ਼ ਦੈਟ ਇਜ਼ ਵਨ ਸਫੇਅਰ ਵਿੱਚ ਤੁਸੀਂ ਆਪਣਾ ਸਕੋਰ ਇੰਕਰੀਜ਼ ਕਰ ਸਕਦੇ ਹੋ। ਤੁਹਾਡੇ ਕੋਲ ਏਜ ਤਾਂ ਆਪਣੇ ਕੋਲ ਓਪਰਚੁਨਿਟੀ ਨਹੀਂ ਹੈ ਕਿ ਆਪਾਂ ਉਹਨੂੰ ਘਟਾ ਸਕਦੇ ਹਾਂ, ਰਾਈਟ। ਆਪਣੇ ਕੋਲ ਆਪਸ਼ਨ ਹੈਗੀ
ਹੈਗੀ ਹੈ ਕਿ ਆਪਾਂ ਆਇਲਸ ਦੇ ਸਕੋਰ ਦੇ ਥਰੂ ਆਪਣਾ ਸਕੋਰ ਬੂਸਟ ਕਰੀਏ। ਦੂਜਾ, ਅਗਰ ਤੁਸੀਂ ਕਦੀ ਸਕੂਲਿੰਗ ਦੇ ਟਾਈਮ ਤੇ ਜਾਂ ਕਾਲਜ ਦੇ ਟਾਈਮ ਤੇ ਫ੍ਰੈਂਚ ਪੜ੍ਹੀ ਹੈ ਤਾਂ ਦੁਬਾਰਾ ਤੋਂ ਆਪਣੀ ਫ੍ਰੈਂਚ ਰਿਵਾਈਜ਼ ਕਰੋ, ਵਿਦਿਨ 6 ਮੰਥਸ ਆਪਣੇ ਫ੍ਰੈਂਚ ਦੇ ਸਕੋਰਸ ਲਿਆਉਣ ਦੀ ਕੋਸ਼ਿਸ਼ ਕਰੋ। ਦੈਟ ਇਜ਼ ਅਨਦਰ ਆਪਸ਼ਨ, ਇੰਸਟੈਡ ਆਫ ਜਸਟ ਥਿੰਕਿੰਗ ਕਿ ਸਾਡੇ PR ਦੇ ਡੋਰਸ ਕਲੋਜ਼ ਹੋ ਗਏ। ਤੁਸੀਂ ਆਪਣੇ ਫ੍ਰੈਂਚ ਤੇ ਵੀ ਉੱਤੇ ਕੰਮ ਕਰ ਸਕਦੇ ਹੋ, ਤੁਹਾਨੂੰ ਐਡੀਸ਼ਨਲ 50 ਪੁਆਇੰਟਸ ਮਿਲਦੇ ਹੈ ਬਾਈ ਐਡਿੰਗ ਯੋਰ ਫ੍ਰੈਂਚ ਸਕੋਰਸ ਟੂ ਇਟ। ਐਂਡ ਵਰਕ ਐਕਸਪੀਰੀਅੰਸ 2 ਸਾਲ ਦਾ ਹੈ ਤਾਂ 3 ਸਾਲ ਦਾ ਵਰਕ ਐਕਸਪੀਰੀਅੰਸ ਲਿਆਉਣ ਦੀ ਕੋਸ਼ਿਸ਼ ਕਰੋ। 3 years gets you maximum of work experience, ਉਹਦੇ ਨਾਲ ਵੀ ਤੁਹਾਡਾ ਸਕੋਰ ਬੂਸਟ ਹੋਏਗਾ। ਐਨੀਥਿੰਗ ਮੋਰ ਦੈਨ 3 years ਤੁਹਾਡਾ ਸਕੋਰ ਬੂਸਟ ਨਹੀਂ ਹੋਏਗਾ, ਦੈਟ ਇਜ਼ ਦ ਮੈਕਸਿਮਮ ਦੈਟ ਯੂ ਕੈਨ ਗੈਟ। ਸੋ ਇਹ ਸਾਰੀਆਂ ਆਪਸ਼ਨਸ ਹੈਗੀਆਂ। ਬੈਚਲਰਸ ਕੀਤੀ ਹੋਈ ਹੈ ਤਾਂ ਆਈ ਵੁੱਡ ਰੈਕਮੈਂਡ ਯੂ ਟੂ ਸਟੱਡੀ ਇਨ ਕੈਨੇਡਾ, ਕਿਉਂਕਿ ਇੰਡੀਆ 'ਚ ਪੜ੍ਹੋਗੇ ਜਿਹੜੇ 2 ਸਾਲ ਇੰਡੀਆ ਲਾਣੇ ਹੈ, ਇਸ ਤੋਂ ਬੈਟਰ ਇਹ ਹੈ ਕਿ ਤੁਸੀਂ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਕਰੋ। ਸੋ these are the certain ways how you can boost your score. ਆਫਟਰ 45 ਤੁਸੀਂ ਕਿਹਾ ਸੀਗਾ ਕਿ ਸਕੋਰ ਜਿਹੜਾ ਹੈ ਬੂਸਟ ਅਪ ਕਰਨ ਦਾ ਚਾਂਸ ਨਹੀਂ ਰਹਿੰਦਾ, ਤੇ ਆਫਟਰ 45 ਕੁਝ ਲੋਕ ਅਗਰ ਫ੍ਰੈਂਚ ਕਰਕੇ ਜਾਂ ਆਇਲਸ ਦਾ 골ਡਨ ਸਕੋਰ ਲੈ ਕੇ ਆਪਣੇ ਪੁਆਇੰਟਸ ਬੂਸਟ ਅਪ ਕਰਨਾ ਚਾਹੁੰਦੇ, ਉਹਨਾਂ ਲਈ ਵੀ ਪੋਸੀਬਲ ਹੈ? ਦੇਖੋ, ਆਪਾਂ ਐਕਸਪ੍ਰੈਸ ਐਂਟਰੀ 'ਚ ਮੈਂ ਰეკਮੈਂਡ ਨਹੀਂ ਕਰਾਂਗੀ 45 ਪਲੱਸ ਵਾਲੇ ਬੰਦੇ ਨੂੰ, ਬਿਕੋਜ਼ ਦੇ ਵਿਲ ਲੂਜ਼ ਔਨ ਦ ਐਲੀਜੀਬਿਲਿਟੀ ਫੈਕਟਰ ਵੈਨ ਇਟ ਕਮਸ ਟੂ ਅਪਲਾਈਂਗ ਫॉर ਐਕਸਪ੍ਰੈਸ ਐਂਟਰੀ। ਬਟ ਡੈਫੀਨੇਟਲੀ ਤੁਸੀਂ PNP ਆਪਸ਼ਨਸ ਐਕਸਪਲੋਰ ਕਰ ਸਕਦੇ ਹੋ। ਫॉर ਐਗਜ਼ਾਮਪਲ, ਅਗਰ ਮੈਂ ਸਸਕੈਚੁਅਨ ਦੀ PNP ਦੀ ਗੱਲ ਕਰਾਂ, ਸਾਨੂੰ 100 ਪੁਆਇੰਟਸ ਤੋਂ 60 ਪੁਆਇੰਟਸ ਚਾਹੀਦੇ ਹੁੰਦੇ ਆ ਐਲੀਜੀਬਿਲਿਟੀ ਆਪਣੀ ਮੀਟ ਕਰਨ ਲਈ। ਤੇ ਤੁਸੀਂ ਅਗਰ 35 ਅਪ ਟੂ 35 ਦੀ ਏਜ 'ਚੋਂ, ਤਾਂ ਸਾਡੇ 100 ਪੁਆਇੰਟ ਦੇ ਵਿੱਚ ਤੁਹਾਨੂੰ 12.35 ਤੱਕ ਮਿਲਦੇ ਆ, 34 ਤੱਕ ਟੂ ਬੀ ਪ੍ਰੀਸਾਈਜ਼। 34 ਐਂਡ ਅਬਵ ਜਿਹੜੀ ਏਜ ਹੋ ਜਾਂਦੀ ਹੈ ਤੁਹਾਡੇ 10 ਪੁਆਇੰਟ ਹੋ ਜਾਂਦੇ ਆ। ਸੋ ਯੂ ਜਸਟ ਲੂਜ਼ 2 ਪੁਆਇੰਟਸ ਅਪ ਟਿਲ 45 ਈਅਰਸ। ਤਾਂ ਇਸ ਕਰਕੇ ਅਗਰ ਤੁਸੀਂ 45 ਈਅਰਸ ਹੈਗੇ ਹੋ, ਯੂ ਕੈਨ ਡੈਫੀਨੇਟਲੀ ਐਕਸਪਲੋਰ ਯਰ ਆਪਸ਼ਨ ਫॉर SINP। ਤੁਹਾਡੇ ਕੋਲ ਮਾਸਟਰਸ ਡਿਗਰੀ ਹੈ, CLB 8 ਹੈ, ਯੂ ਹੈਵ ਵਰਕ ਐਕਸਪੀਰੀਅੰਸ ਫॉर 15 ਈਅਰਸ। ਆਮ ਸ਼ੋਰ ਜਿਹੜਾ 46 ਈਅਰਸ ਦੇ ਹੋਣਗੇ ਉਹਨਾਂ ਕੋਲ ਐਕਸਟੈਂਸਿਵ ਐਕਸਪੀਰੀਅੰਸ ਹੋਏਗਾ। ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ, ਉਸ ਐਕਸਪੀਰੀਅੰਸ ਉਹ ਵਾਲੇ ਨੌਕ ਕੋਰਟ 'ਚ, ਮਤਲਬ ਉਹ ਵਾਲੀ ਜੌਬ 'ਚ ਹੈਗਾ ਜਿਹੜਾ ਐਲੀਜੀਬਲ ਜੌਬ ਹੈਗੀ ਹੈ ਸਸਕੈਚੁਅਨ ਦੇ ਵਿੱਚ, ਤਾਂ ਯੋਰ ਸਕੋਰ ਕੈਨ ਈਜ਼ੀਲੀ touch to 65, 64, and then also if you have any relative in Saskatchewan ਤਾਂ ਤੁਹਾਨੂੰ ਉਹਦੇ additional 20 points ਵੀ ਮਿਲਦੇ ਨੇ। ਤਾਂ ਤੁਸੀਂ ਸਾਡੇ ਨਾਲ touch base ਬਣਾ ਸਕਦੇ ਹੋ। You can send in your resumes on my personal email ID as well, which is canada@landmarkimmigration.com, ਜਾਂ ਤੁਸੀਂ ਮੇਰੇ ਨਾਲ ਮੇਰੇ ਕੈਨੇਡੀਅਨ ਨੰਬਰ ਦੇ ਉੱਤੇ ਵੀ ਮੇਰੇ ਨਾਲ WhatsApp ਤੇ ਗੱਲ ਕਰ ਸਕਦੇ ਹੋ, ਜੋ ਕਿ ਹੈ +1 647 997 2486, so that I can assist you better with your valuation. ਬਿਲਕੁਲ, ਤੇ ਡੋਰਸ ਆਰ ਨੈਵਰ ਕਲੋਜ਼, ਤੇ ਹੋਪਸ ਕਦੀ ਲੂਜ਼ ਨਹੀਂ ਕਰਨੀਆਂ। ਜਿੱਥੇ ਵੀ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਕਾਲ ਕਰ ਸਕਦੇ ਹੋ। ਮੈਮ ਨੇ ਆਪਣਾ ਨੰਬਰ ਦਿੱਤਾ, ਨੰਬਰ ਤੁਹਾਡੇ ਟੀਵੀ ਸਕਰੀਨ ਤੇ ਵੀ ਫਲੈਸ਼ ਹੋ ਰਿਹਾ ਹੈ, ਔਰ ਤੁਸੀਂ ਈਮੇਲ ਵੀ ਕਰ ਸਕਦੇ ਹੋ ਜਾਂ ਫਿਰ ਲੈਂਡਮਾਰਕ ਦੇ ਆਫਿਸ 'ਚ ਵਿਜ਼ਿਟ ਕਰਕੇ ਵੀ ਆਪਣੀ ਕੁਐਰੀਜ਼ ਰੱਖ ਸਕਦੇ ਹੋ। ਜਸਪ੍ਰੀਤ ਜੀ, ਮੇਰੇ ਕੋਲ ਇੱਕ ਕੁਐਸਚਨ ਆਇਆ ਸੀ, ਕੋਈ ਲੇਡੀ ਹੈ 35 ਪਲੱਸ, ਉਹਨਾਂ ਦੀ ਏਜ ਹੈ, ਬੈਚਲਰਸ ਡਿਗਰੀ ਹੈ ਐਂਡ ਮੈਰਿਡ ਨੇ, ਉਹਨਾਂ ਦੇ ਕਿੰਨੇ ਚਾਂਸਸ ਹੈ PR ਦੇ, ਜਾਂ ਫਿਰ ਉਹ ਕੀ ਆਪਸ਼ਨ ਆਪਟ ਕਰ ਸਕਦੇ ਨੇ ਅਬਰੋਡ ਜਾਣ ਵਾਸਤੇ? Dekho, she's 35 and she's bachelor, so she lost points one because she's not masters, तो उन्होंने उत्थे points अपने गवा लिए। bachelors हैं तो उन्होंने उत्थे points उन्होंने boost करने दा scope है। secondly age, as I said 29 तक तानू maximum points मिलते हैं, उस तो बाद तुसी 5 points अपने lose करी जा रहे हो, you are losing additional 5 points and maybe 40 odd points because you are married, ਤੁਹਾਡਾ company ਕਰੇਗਾ spouse ਤੁਹਾਡੇ ਨਾਲ। ਤੇ ਹੁਣ ਤੁਸੀਂ ਇਹ situation ਦੇ ਵਿੱਚ ਕੀ ਕਰੋ? I would recommend, if you are 35 and if you have bachelors, you should explore the opportunity of studying in Canada. ਆਪਾਂ study permit ਦੀ application ਆਪਣੀ ਲਗਾ ਸਕਦੇ ਹਾਂ। ਤੁਸੀਂ bachelors ਕੀਤੀ ਹੈ, you can go to Canada, ਕੋਈ age limit ਨਹੀਂ ਹੈ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੀ। people at 40, 50 are still doing licenses in Canada, studying in Canada, ਤੇ age limit ਕੋਈ ਨਹੀਂ ਹੁੰਦੀ ਪੜ੍ਹਾਈ ਕਰਨ ਦੀ। that is one country ਜਿਹੜੀ ਤੁਹਾਨੂੰ invite ਕਰਦੀ ਹੈ ਕਿ ਤੁਹਾਡੇ ਕੋਲ gap ਹੈ, age gap ਹੈ, ਤਾਂ ਉਹਦਾ ਕੋਈ restriction ਨਹੀਂ ਹੁੰਦਾ till the time you can justify to the visa officer that why are you going to study in Canada. For example, ਤੁਹਾਡੇ ਕੋਲ ਤੁਸੀਂ BCom ਕੀਤੀ ਹੈ, ਹੁਣ ਤੁਸੀਂ ਅੱਗੇ ਜਾ ਕੇ ਤੁਹਾਡੇ ਕੋਲ 10 ਸਾਲ ਦਾ ਐਕਸਪੀਰੀਅੰਸ ਆ ਗਿਆ, ਯੂ 35 ਨਾਓ, ਹੁਣ ਤੁਸੀਂ ਆਪਣੇ ਅੱਗੇ ਅਪਲਾਈ ਕਰ ਸਕਦੇ ਹੋ, ਪੋਸਟ ਗ੍ਰੈਜੂਏਸ਼ਨ ਡਿਪਲੋਮਾਸ ਲਾ ਸਕਦੇ ਹੋ। ਵੀ ਐਟ ਲੈਂਡਮਾਰਕ ਇਮੀਗ੍ਰੇਸ਼ਨ ਹੈਵ ਮੋਸਟ ਆਫ ਦ ਕਾਲਜਸ ਐਂਡ ਯੂਨੀਵਰਸਿਟੀਜ਼ ਟਾਈਡ ਅਪ ਵਿਦ ਅਸ। ਸਾਡੇ ਕੋਲ ਐਕਸਪਰਟ ਟੀਮ ਹੈਗੀ ਹੈ ਜਿਹੜੀ ਤੁਹਾਨੂੰ ਰეკਮੈਂਡ ਕਰੇਗੀ ਪ੍ਰੋਗਰਾਮਸ ਅਕੋਰਡਿੰਗ ਟੂ ਯੋਰ ਗੈਪ ਜਸਟੀਫਿਕੇਸ਼ਨ, ਅਕੋਰਡਿੰਗ ਟੂ ਯੋਰ ਵਰਕ ਐਕਸਪੀਰੀਅੰਸ ਐਂਡ ਸਟੱਡੀਜ਼ ਆਫ ਪਾਸਟ। ਤੇ ਆਪਣੇ ਕੋਲ ਬਹੁਤ ਸਾਰੇ ਪ੍ਰੋਗਰਾਮਸ ਹੈ ਜਿਹੜੇ ਤੁਹਾਨੂੰ ਅਸੀਂ ਅਸਿਸਟ ਕਰ ਸਕਦੇ ਹਾਂ। PG diplomas are one option that you can go for. You can also go for master's degree. If I name one of the universities, which is University Canada West, MBA option बहुत अच्छी है, उत्थे ਜਿਹੜੇ experienced ਲੋਕ हैं ਉਹਨਾਂ ਲਈ apply ਕਰਨ ਲਈ। ਤਾਂ ਤੁਸੀਂ MBA ਕਰਨ ਵੀ ਜਾ ਸਕਦੇ ਹੋ। Why am I giving you an option of study permit in Canada post 35 is if your bachelor's degree, ਤੁਸੀਂ ਕੈਨੇਡਾ ਜਾਓਗੇ ਪੜ੍ਹਾਈ ਕਰਨ ਲਈ 2 ਸਾਲ ਦੀ, ਤੁਹਾਨੂੰ 2 ਸਾਲ ਦੀ ਪੜ੍ਹਾਈ ਦੇ
15 ਐਡੀਸ਼ਨਲ ਪੁਆਇੰਟਸ ਮਿਲਣਗੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ, ਬਿਕੋਜ਼ ਨਾਓ ਯੂ ਹੈਵ ਅ ਪੀਜੀ ਡਿਪਲੋਮਾ ਪੋਸਟ ਯੋਰ ਬੈਚਲਰਸ ਡਿਗਰੀ। ਐਂਡ ਸੈਕੰਡਲੀ ਵਿਦਨ ਕੈਨੇਡਾ ਦੀ ਪੜ੍ਹਾਈ ਹੋਏਗੀ ਤਾਂ ਤੁਹਾਡਾ ਇਸ ਕਰਕੇ ਸਕੋਰ ਬੂਸਟ ਹੋਏਗਾ। ਸੈਕੰਡਲੀ 2 ਸਾਲ ਦੀ ਪੜ੍ਹਾਈ ਦੇ ਨਾਲ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਇਹਦਾ ਮਤਲਬ ਕਿ ਤੁਸੀਂ ਕੈਨੇਡਾ ਦਾ ਵਰਕ ਐਕਸਪੀਰੀਅੰਸ ਵੀ ਗੇਨ ਕਰੋਗੇ। ਜਿਵੇਂ ਤੁਹਾਡੇ ਕੋਲ ਕੈਨੇਡਾ ਦਾ 1 ਸਾਲ ਦਾ ਵਰਕ ਐਕਸਪੀਰੀਅੰਸ ਆਏਗਾ, ਤੁਹਾਡੀ ਕੈਟਾਗਰੀ ਚੇਂਜ ਹੋ ਜਾਏਗੀ ਪੀਆਰ ਅਪਲਾਈ ਕਰਨ ਦੀ। ਐਕਸਪ੍ਰੈਸ ਐਂਟਰੀ ਦੇ ਅੰਦਰ ਤੁਸੀਂ ਫੈਡਰਲ ਸਕਿੱਲ ਵਰਕਰ ਦੇ ਵਿੱਚ ਅਪਲਾਈ ਨਹੀਂ ਕਰੋਗੇ, ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਪਲਾਈ ਕਰੋਗੇ, ਜਿਹਦਾ ਕਰੰਟ ਸਕੋਰ 380 ਚੱਲ ਰਿਹਾ ਹੈ ਐਂਡ ਵਿਚ ਇਜ਼ ਕੁਆਇਟ ਲੋ। ਤੇ ਬਾਈ ਦ ਟਾਈਮ ਯੂ ਹੈਵ 1 ਈਅਰ ਆਫ ਯੋਰ ਵਰਕ ਐਕਸਪੀਰੀਅੰਸ ਇਨ ਨੌਕ OAB ਕੈਟਾਗਰੀ ਜੌਬ, ਮੈਨੇਜਰੀਅਲ ਰੋਲ ਦੇ ਉੱਤੇ ਜਾਂ ਸੁਪਰਵਾਈਜ਼ਰੀ ਰੋਲ ਦੇ ਉੱਤੇ, ਜਾਂ ਤੁਸੀਂ ਐਡਮਿਨ ਅਸਿਸਟੈਂਟ ਹੋ ਫॉर ਐਗਜ਼ਾਮਪਲ, ਤਾਂ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋ ਗਿਆ। ਤੁਸੀਂ ਆਪਣੀ ਫਾਈਲ ਜਦੋਂ ਉਦੋਂ ਲਗਾਓਗੇ ਆਪਣੀ ਪੀਆਰ ਦੀ, ਤੁਹਾਡੀ ਡੈਫੀਨੇਟਲੀ ਪੀਆਰ ਹੋਣੀ ਹਾਈਲੀ ਪੋਸੀਬਲ ਹੈ ਐਂਡ ਯੂ ਵਿਲ ਬੀ ਪਰਮਾਨੈਂਟ ਰੈਜ਼ੀਡੈਂਸ। ਯੂ ਹੈਵ 5 years to decide on your permanent residence in Canada. So that is definitely a excellent option for somebody who is 32, 35, 36 bachelor's ਕੀਤੀ ਹੋਈ ਹੈ। ਆਪਣੀ ਅੱਗੇ ਜਾ ਕੇ ਪੜ੍ਹਾਈ ਤੁਸੀਂ ਡੈਫੀਨੇਟਲੀ ਐਕਸਪਲੋਰ ਕਰ ਸਕਦੇ ਹੋ, MBA ਕਰ ਸਕਦੇ ਹੋ, ਮਾਸਟਰਸ ਕਰ ਸਕਦੇ ਹੋ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰ ਸਕਦੇ ਹੋ। ਐਂਡ ਕੈਨੇਡਾ 'ਚ ਇੱਕ ਵਾਰੀ ਤੁਸੀਂ ਪਹੁੰਚ ਕੇ ਪੜ੍ਹਾਈ ਦੇ ਉੱਤੇ ਤੁਹਾਡੇ PR ਦੇ ਆਪਸ਼ਨਸ ਬਹੁਤ ਜ਼ਿਆਦਾ ਓਪਨ ਹੋ ਜਾਂਦੇ ਹਨ। ਜੀ ਬਿਲਕੁਲ, ਔਰ ਇੰਨੀ ਡਿਟੇਲ 'ਚ ਜਸਪ੍ਰੀਤ ਜੀ ਤੁਸੀਂ ਅੱਜ ਸਮਝਾਇਆ, ਆਮ ਸ਼ੋਰ ਕਿ ਬਹੁਤ ਸਾਰੇ ਜਿਹੜੇ ਵਿਊਅਰਸ ਹੈ, ਬਹੁਤ ਸਾਰੇ ਡਾਊਟ ਉਹਨਾਂ ਦੇ ਕਲੀਅਰ ਹੋ ਗਏ ਹੋਣਗੇ। ਫਿਰ ਵੀ ਤੁਹਾਨੂੰ ਜੇ ਕੋਈ ਵੀ ਕੁਐਰੀ ਹੈ, ਨੰਬਰ ਤੁਹਾਡੇ TV ਸਕਰੀਨ ਤੇ ਦਿੱਤੇ ਗਏ ਆ, ਤੁਸੀਂ ਕਾਲ ਕਰਨਾ ਹੈ ਤੇ ਤੁਹਾਨੂੰ ਤੁਹਾਡੀ ਕੁਐਰੀ ਜਿਹੜੀ ਹੈ ਉਹ ਆਨਸਰ ਕੀਤੀ ਜਾਏਗੀ। ਜਸਪ੍ਰੀਤ ਜੀ, ਥੈਂਕ ਯੂ ਵੈਰੀ ਮਚ ਫॉर ਦਿਸ ਇੰਪੋਰਟੈਂਟ ਇਨਫੋਰਮੇਸ਼ਨ।